ਸਤਿ ਸ਼੍ਰੀ ਅਕਾਲ ਵਿਦਿਆਰਥੀਓ। ਤਾਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 10ਵੀਂ ਵਾਲਿਆਂ ਦਾ 2 ਮਈ ਨੂੰ ਇੰਗਲਿਸ਼ ਦਾ ਜਿਹੜਾ ਐਗਜ਼ਾਮ ਆ, ਤਾਂ ਇਸ ਵੀਡੀਓ ਵਿੱਚ ਅਸੀਂ ਇਹ ਇੰਪੋਰਟੈਂਟ ਕੁਐਸਚਨ ਆਨਸਰ ਕਰਾਂਗੇ। ਤਾਂ ਦੋਸਤੋ ਚਲੋ ਸ਼ੁਰੂ ਕਰਦੇ ਹਾਂ। ਤਾਂ ਪਹਿਲਾ ਹੈਗਾ ਵਾ ਸੀ ਦ ਪੋਸਟਰ ਕੇਅਰਫੁਲੀ ਐਂਡ ਆਨਸਰ ਦ ਫੋਲੋਇੰਗ ਕੁਐਸਚਨ। ਤਾਂ ਦੋਸਤੋ ਪਹਿਲਾ ਕੁਐਸਚਨ ਹੈਗਾ ਵਾ ਵਿਚ ਫੇਅਰ ਇਜ਼ ਕਿੰਜ਼ੀ ਲਾइब्रेरी ਗੋਇੰਗ ਟੂ ਆਰਗੇਨਾਈਜ਼ ਫਰੋਮ 22 ਨਵੰਬਰ ਟੂ 26 ਨਵੰਬਰ। ਤਾਂ ਦੋਸਤੋ ਆ ਪੋਸਟਰ ਵਿੱਚ ਦਿੱਤਾ ਗਿਆ ਵਾ, ਇਸ ਦਾ ਆਨਸਰ ਹੈਗਾ ਵਾ ਬੁੱਕ ਫੇਅਰ। ਤਾਂ ਸੈਕੰਡ ਕੁਐਸਚਨ ਦੇਖ ਲੈਂਦੇ ਆ। ਤਾਂ ਆ ਦੇਖੋ ਸੈਕੰਡ ਕੁਐਸਚਨ ਹੈਗਾ ਵਾ ਵਿਚ ਐਕਟੀਵਿਟੀਜ਼ ਵਿਲ ਬੀ ਆਰਗੇਨਾਈਜ਼ਡ ਬਾय ਕਿੰਜ਼ੀ ਲਾइब्रेरी ਐਟ ਦ ਬੁੱਕ ਫੇਅਰ। ਤਾਂ ਕਿਹੜੀ ਐਕਟੀਵਿਟੀਜ਼ ਜਿਹੜੀ ਹੈਗੀਆਂ ਨੇ ਆਰਗੇਨਾਈਜ਼ ਹੋਈਆਂ ਨੇ ਬੁੱਕ ਫੇਅਰ ਦੇ ਵਿੱਚ। ਤਾਂ ਇਸ ਦਾ ਆਨਸਰ ਹੈਗਾ ਵਾ ਪੇਜ ਨੰਬਰ 8 ਤੇ। ਆ ਦੇਖੋ ਕਲਰਿੰਗ ਕੰਪੀਟੀਸ਼ਨ, ਬੁੱਕ ਮਾਰਕ डिज़ाइन कंपटीशन, 6 वर्ड स्टोरी कंपटीशन, सैशन अबाउट अकैडमिक ऑनेस्टी फॉर पेरेंट्स। तो थर्ड क्वेश्चन हैगा वा there is a big room in our school where a lot of books are kept. What is the room called? ਤਾਂ इसका दोस्तों आंसर ਦਾ ਪਤਾ ਹੀ ਹੈ ਤੁਹਾਨੂੰ, ਹੈ ਨਾ, ਜਿੱਥੇ ਸਾਰੀਆਂ ਬੁੱਕਸ ਹੁੰਦੀਆਂ ਨੇ ਉਹਨੂੰ ਕੀ ਕਹਿੰਦੇ ਆ, ਲਾਇਬ੍ਰੇਰੀ। ਤਾਂ ਫੋਰਥ ਕੁਐਸਚਨ ਹੈਗਾ ਵਾ ਰੋਹਨ is in the grade 2, he want to take part in the book fair activities, in which activity he can take part। ਤਾਂ ਇਸ ਦਾ ਆਨਸਰ ਹੈਗਾ ਵਾ ਤਾਂ ਕਿਹੜੇ ਪਾਰਟ ਵਿੱਚ, ਕਿਹੜੇ ਐਕਟੀਵਿਟੀ ਵਿੱਚ ਪਾਰਟ ਲੈ ਸਕਦਾ ਵਾ। ਤਾਂ he can take part in the book mark design competition। ਤਾਂ ਨੈਕਸਟ ਕੁਐਸਚਨ ਦੇਖ ਲੈਂਦੇ ਆ। ਤਾਂ ਨੈਕਸਟ ਲਾਸਟ ਕੁਐਸਚਨ ਹੈਗਾ ਵਾ ਇਨ ਦ ਲਾइब्रेरी ਫੇਅਰ देयर विल बी द ਸੈਸ਼ਨ ਅਬਾਊਟ ਅਕੈਡਮਿਕ ਓਨੈਸਟੀ ਫॉर। ਤਾਂ ਇਸ ਦਾ ਆਨਸਰ ਹੈਗਾ ਵਾ ਪੇਰੈਂਟ। ਤਾਂ ਹੁਣ ਸੈਕਸ਼ਨ ਬੀ ਦੇਖ ਲੈਂਦੇ ਆ। ਤਾਂ ਇਸ ਦੇ ਵਿੱਚ ਪਹਿਲਾ ਕੁਐਸਚਨ ਆ ਗਿਆ ਵਾਈ ਡਿਡ ਸਮ ਸਕਾਲਰਸ ਲਵ ਐਟ ਅਸ਼ਟਵਕਰਾ। ਤਾਂ ਸਮ ਜਿਹੜੇ ਕੁਝ ਸਕਾਲਰਸ ਨੇ ਉਹ ਅਸ਼ਟਵਕਰਾ ਤੇ ਕਿਉਂ ਹੱਸਦੇ ਨੇ। ਤਾਂ ਇਸ ਦਾ ਆਨਸਰ ਹੈਗਾ ਵਾ ਤਾਂ ਅਸ਼ਟਵਕਰਾ ਹੈਡ ਅ ਡਿਫਾਰਮਡ ਬੋਡੀ, ਹੀ ਲੁਕਡ ਵੈਰੀ ਅਗਲੀ, देयरफॉर ਸਮ ਸਕਾਲਰਸ ਲਵਡ ਐਟ ਹਿਮ। ਤਾਂ ਜਿਹੜਾ ਅਸ਼ਟਵਕਰਾ ਦੀ ਜਿਹੜੀ ਬੋਡੀ ਥੋੜੀ ਜੀ ਖਰਾਬ ਸੀ, ਇਸ ਲਈ ਉਹ ਬਹੁਤ ਜ਼ਿਆਦਾ ਗੰਦਾ ਦਿਖਦਾ ਸੀਗਾ, ਇਸ ਲਈ ਜਿਹੜੇ ਸਕਾਲਰਸ ਨੇ ਉਹਦੇ ਉੱਤੇ ਹੱਸ ਪੈਂਦੇ ਨੇ। ਤਾਂ ਇਸ ਦੇ ਵਿੱਚ ਸੈਕੰਡ ਕੁਐਸਚਨ ਆ ਗਿਆ ਵਾਈ ਕੁਡ ਨਾਟ ਫਟੀਕ ਡੂ ਵੈਲ ਐਟ ਸਕੂਲਸ ਇਨ ਕਲਕੱਤਾ। ਤਾਂ ਜਿਹੜਾ ਫਟੀਕ ਆ ਉਹ ਸਕੂਲ ਵਿੱਚ ਸਹੀ ਤਰੀਕੇ ਨਾਲ ਕਿਉਂ ਪਰਫਾਰਮ ਨਹੀਂ ਕਰ ਪਾਉਂਦਾ ਸੀਗਾ। ਤਾਂ ਇਸ ਦਾ ਆਨਸਰ ਆ ਗਿਆ ਤੇ Fatigue was ill treated at his uncle's house. He was always sad. He could not put his mind into his studies. Not naturally, he could not do well at school। ਤਾਂ ਜਿਹੜਾ ਫਟੀਕ ਹੈਗਾ ਵਾ ਉਹ ਬਹੁਤ ਜ਼ਿਆਦਾ ਉਸ ਨਾਲ ਬੁਰਾ ਬਿਹੇਵ ਹੁੰਦਾ ਸੀਗਾ ਉਸਦੇ ਅੰਕਲ ਦੇ ਘਰ, ਇਸ ਲਈ ਉਹ ਬਹੁਤ ਜ਼ਿਆਦਾ ਉਦਾਸ ਰਹਿੰਦਾ ਸੀ, ਇਸ ਲਈ ਆਪਣਾ ਮਨ ਵੀ ਪੜ੍ਹਾਈ ਵਿੱਚ ਨਹੀਂ ਲਗਾ ਪਾਉਂਦਾ ਸੀ, ਇਸ ਲਈ ਉਹ ਸਕੂਲ ਦੇ ਵਿੱਚ ਵੀ ਨਹੀਂ ਮਨ ਲਗਾ ਪਾਉਂਦਾ ਸੀਗਾ। ਤਾਂ ਹੁਣ ਤੀਜਾ ਕੁਐਸਚਨ ਹੈਗਾ ਵਾਈ ਵਰ ਫਟੀਕ ਐਂਡ ਹਿਸ ਫਰੈਂਡਸ ਅਨੋਇਡ ਵਿਦ ਮੱਖਣ। ਤਾਂ ਉਹਦੇ ਫਟੀਕ ਤੇ ਉਹਦੇ ਦੋਸਤ ਮੱਖਣ ਤੋਂ ਕਿਉਂ ਪਰੇਸ਼ਾਨ ਹੋ ਜਾਂਦੇ ਨੇ। ਤਾਂ ਇਸ ਦਾ ਆਨਸਰ ਹੈਗਾ ਵਾ ਤਾਂ ਫਟੀਕ ਐਂਡ ਅਦਰ ਬॉयਜ਼ ਵਾਂਟਡ ਟੂ ਰੋਲ ਦਾ log away but ਮੱਖਣ came and sat down on the log. this annoyed ਫਟੀਕ and his friends। ਤਾਂ ਜਿਹੜੇ ਫਟੀਕ ਨੇ ਤੇ ਉਹਦੇ ਦੋਸਤ ਨੇ ਉਹ ਜਿਹੜੇ log ਨੂੰ ਉਹ ਅੱਗੇ ਰੋਲ ਕਰਨਾ ਚਾਹੁੰਦੇ ਸੀ, ਪਰ ਜਿਹੜਾ ਮੱਖਣ ਹੈਗਾ ਵਾ ਉਹਦੇ ਉੱਤੇ ਆ ਕੇ ਬਹਿ ਜਾਂਦਾ ਵਾ, ਇਸ ਲਈ ਫਟੀਕ ਤੇ ਉਹਦੇ ਫਰੈਂਡ ਜਿਹੜੇ ਆ ਤੰਗ ਹੋ ਜਾਂਦੇ ਨੇ। ਤਾਂ ਫੋਰਥ ਕੁਐਸਚਨ ਹੈਗਾ ਵਾ ਹਾਊ ਕੈਨ ਯੂ ਡਿਸਟਿੰਗੁਇਸ਼ ਬਿਟਵੀਨ ਪਲੈਨਟਸ ਐਂਡ ਸਟਾਰਸ। ਤਾਂ ਪਲੈਨਟਸ ਤੇ ਸਟਾਰਸ ਵਿੱਚ ਕਿਵੇਂ ਫਰਕ ਹੁੰਦਾ ਵਾ। ਤਾਂ ਜਿਹੜਾ ਇਸ ਦਾ ਆਨਸਰ ਹੈਗਾ ਵਾ ਦੇਖੋ ਸਟਾਰਸ ਟਵਿੰਕਲ ਵਾਈਲ ਪਲੈਨਟ ਡਜ਼ ਨਾਟ। ਦਿਸ ਇਜ਼ ਅ ਰੀਅਲ ਵੇ ਟੂ ਡਿਸਟਿੰਗੁਇਸ਼ ਬਿਟਵੀਨ ਪਲੈਨਟਸ ਐਂਡ ਸਟਾਰਸ। ਤਾਂ ਜਿਹੜੇ ਸਟਾਰਸ ਨੇ ਉਹ ਟਵਿੰਕਲ ਕਰਦੇ ਨੇ, ਮਤਲਬ ਜਗਮਗਾਉਂਦੇ ਨੇ, ਪਰ ਜਿਹੜੇ ਪਲੈਨਟਸ ਆ ਉਹ ਨਹੀਂ ਜਗਮਗਾਉਂਦੇ, ਇਸ ਲਈ ਉਸਨੇ ਆਪਾਂ ਦੋਨਾਂ ਨੂੰ ਮਤਲਬ ਅੰਤਰ ਜਿਹੜਾ ਜਾਣ ਸਕਦੇ ਹਾਂ। ਤਾਂ ਫੋਰਥ ਕੁਐਸਚਨ ਆ ਗਿਆ। ਫਿਫਥ ਕੁਐਸਚਨ ਆ ਗਿਆ ਵਾਈ ਡਿਡ ਦ ਰਾਈਟਰ ਆਫ ਦ ਰੂਲ ਆਫ ਦ ਰੋਡ ਨੀਡ ਅ ਰੀਜ਼ਨੇਬਲ ਸਾਇਲੈਂਸ ਇਨ ਦ ਕੰਪਾਰਟਮੈਂਟ। ਤਾਂ ਇਸ ਦਾ ਆਨਸਰ ਦੇਖੋ the writer was not reading the book for pleasure, he was reading it for a serious purpose, that's why he need a reasonable silence। ਤਾਂ ਜਿਹੜਾ ਰਾਈਟਰ ਹੈਗਾ ਵਾ ਉਹ ਬੁੱਕ ਆਪਣੇ ਪਲੇਜ਼ਰ ਲਈ ਨਹੀਂ ਸੀ ਪੜ੍ਹ ਰਿਹਾ, ਉਹ ਆਪਣੇ ਇੱਕ ਸੀਰੀਅਸ ਪਰਪਸ ਲਈ ਪੜ੍ਹ ਰਿਹਾ ਸੀ, ਇਸ ਲਈ ਉਹਨੂੰ ਇੱਕ ਰੀਜ਼ਨੇਬਲ ਜਿਹੜੀ ਸਾਇਲੈਂਸ ਚਾਹੀਦੀ ਸੀਗੀ। ਤਾਂ ਹੁਣ ਦੇਖ ਲੈਂਦੇ ਹਾਂ ਅੱਗੇ ਕੁਐਸਚਨ ਤੇ ਵਾਈ ਡਿਡ ਦ ਰਾਈਟਰ, ਇਹ ਤਾਂ ਚਲੋ ਹੋ ਗਿਆ। ਹੁਣ ਥਰਡ ਕੁਐਸਚਨ ਆ ਗਿਆ ਵਾ ਰਾਈਟ ਐਨੀ 2 ਕੁਐਸਚਨ ਇਨ ਦ ਅਬਵ 25 to 30 words। ਤਾਂ ਇਹਦੇ ਵਿੱਚ ਪਹਿਲਾ ਕੁਐਸਚਨ ਹੈਗਾ ਵਾ ਹਾਊ ਡਿਡ ਹੋਮਸ ਨਾਟ ਲੈਟ ਵਾਟਸਨ ਐਗਜ਼ਾਮਿਨ ਹਿਮ। ਤਾਂ ਇਸ ਦਾ ਆਨਸਰ ਆ ਦੇਖੋ ਹੋਮਸ ਇਲਨੈਸ ਵਾਜ਼ ਅ ਫੀਨਡ ਵਨ, ਵਾਟਸਨ ਵਾਜ਼ ਅ ਡਾਕਟਰ ਬਾय profession, he would known the truth if he had examined the Holmes, that's why Holmes did not let Watson examine him। ਤਾਂ ਜਿਹੜਾ ਹੋਮਸ ਦੀ ਜਿਹੜਾ ਇਲਨੈਸ ਆ
ਉਹ ਇੱਕ ਮਤਲਬ ਝੂਠੀ ਹੋਈ ਸੀਗੀ। ਇਸ ਲਈ ਜਿਹੜਾ ਵਾਟਸਨ ਆ ਉਹ ਇੱਕ ਡਾਕਟਰ ਸੀਗਾ। ਅਗਰ ਵਾਟਸਨ ਉਹਨੂੰ ਮਤਲਬ ਚੈੱਕ ਕਰਦਾ ਤਾਂ ਉਹਨੂੰ ਪਤਾ ਜਿਹੜਾ ਅਸਲੀਅਤ ਆ ਉਹ ਪਤਾ ਲੱਗ ਜਾਂਦੀ। ਇਸ ਲਈ ਜਿਹੜਾ ਹੋਮਸ ਆ ਉਹਨੂੰ ਚੈੱਕ ਨਹੀਂ ਕਰਨ ਦਿੰਦਾ ਵਾਟਸਨ ਨੂੰ। ਤੇ ਉਸ ਤੋਂ ਬਾਅਦ ਨੈਕਸਟ ਕੁਐਸਚਨ ਆ ਗਿਆ, what is a duck diving, how it touch। The duck diving means diving into water in the manner of a duck. A brick is thrown into water and the learner is asked to bring it out. In this way the duck diving is touch। ਤਾਂ duck diving means ਮਤਲਬ ਪਾਣੀ ਦੇ ਵਿੱਚ ਤੈਰਨਾ ਇੱਕ ਡੱਕ ਦੀ ਤਰ੍ਹਾਂ। ਤਾਂ ਇੱਕ ਜਿਹੜੀ ਬ੍ਰਿਕ ਜਿਹੜੀ ਆ ਸੁੱਟੀ ਜਾਂਦੀ ਹੈ ਪਾਣੀ ਦੇ ਵਿੱਚ, ਇਹਦਾ ਜਿਹੜਾ ਲਰਨਰ ਆ ਮਤਲਬ ਜਿਹੜਾ ਤੈਰਨਾ ਸਿਖਾਉਂਦਾ ਵਾ ਉਹ ਕਹਿੰਦਾ ਵਾ ਕਿ ਇਹਨੂੰ ਵਾਪਸ ਚੁੱਕ ਕੇ ਲਿਆਵੇ। ਤਾਂ ਇਨ ਦਿਸ ਵੇ ਮਤਲਬ ਇਸੇ ਤਰ੍ਹਾਂ ਇੱਕ ਜਿਹੜੀ ਡੱਕ ਡਾਈਵਿੰਗ ਆ ਉਹ ਸਿਖਾਈ ਜਾਂਦੀ ਆ। ਤਾਂ ਨੈਕਸਟ ਕੁਐਸਚਨ ਹੈਗਾ ਵਾ, what is the moral of the story, how much land does a man need। ਤਾਂ moral ਕੀ ਹੈ? ਤਾਂ ਦੋਸਤੋ इसका आंसर देख लेना है। man's physical needs on this earth are not many, yet he keeps hungering for them all his life। he never feels satisfied till he meets his end। ਤਾਂ ਜਿਹੜੀ ਮੈਨ ਦੀ ਜਿਹੜੀ ਫਿਜ਼ੀਕਲ ਨੀਡ ਆ ਧਰਤੀ ਦੇ ਉੱਤੇ ਬਹੁਤ ਜ਼ਿਆਦਾ ਨਹੀਂ ਹੈਗੀਆਂ, ਪਰ ਫਿਰ ਵੀ ਉਹ ਸਾਰੀ ਉਮਰ ਆਪਣੀ ਮਤਲਬ ਉਹ ਭੁੱਖਾ ਹੀ ਰਹਿੰਦਾ ਵਾ, ਪਰ ਉਹ ਕਦੇ ਵੀ ਸੈਟਿਸਫਾਈ ਨਹੀਂ ਹੁੰਦਾ ਜਦੋਂ ਤੱਕ ਉਹ ਮਰ ਨਹੀਂ ਜਾਂਦਾ ਵਾ। ਤਾਂ ਇਸ ਆਂਸਰ ਇਹ ਆ। ਤੇ ਨੈਕਸਟ ਕੁਐਸਚਨ ਦੇਖ ਲੈਂਦੇ ਆ ਹੁਣ। ਤੇ ਹੁਣ ਫੋਰਥ ਕੁਐਸਚਨ ਆ ਗਿਆ, ਅਟੈਂਪਟ ਐਨੀ ਵਨ ਆਫ ਦ ਫੋਲੋਇੰਗ। ਦ ਵਟ ਇਜ਼ ਦ ਸੈਂਟਰਲ ਆਈਡੀਆ ਆਫ ਦ ਪੋਇਮ ਵੇਅਰ ਦ ਮਾਈਂਡ ਇਜ਼ ਵਿਦਾਊਟ ਫੀਅਰ, ਔਰ ਰੀਡ ਦ ਫੋਲੋਇੰਗ ਸਟੈਂਜ਼ਾ ਐਂਡ ਆਂਸਰ ਐਨੀ 2 ਕੁਐਸਚਨਸ। ਤਾਂ ਇਹ ਸਟੈਂਜ਼ਾ ਦਿੱਤਾ ਗਿਆ, ਇਹਨਾਂ ਦੋਨਾਂ ਵਿੱਚੋਂ ਆਪਸ਼ਨ ਹੈਗੀ ਆ 3 ਮਾਰਕਸ ਦਾ ਹੋਏਗਾ ਇਹ। ਤੇ ਹੁਣ ਦੋਨੋਂ ਦਾ ਆਂਸਰ ਦੇਖ ਲੈਂਦੇ ਹਾਂ ਅਸੀਂ। ਤਾਂ ਸੈਂਟਰਲ ਆਈਡੀਆ ਦੇਖ ਲੈਂਦੇ ਹਾਂ ਹੁਣ ਇਹਦਾ। ਤਾਂ ਪਹਿਲਾਂ ਸੈਂਟਰਲ ਆਈਡੀਆ ਦੇਖ ਲੈਂਦੇ ਹਾਂ। ਆ ਦੇਖੋ, the poet prays to God to turn his country into a heaven of freedom। he prays that his countrymen should give up all that is evil। they should not be narrow minded, only then his country gain freedom in real sense। ਤਾਂ ਹੁਣ ਆ ਗਿਆ ਜਿਹੜਾ ਸਟੈਂਜ਼ਾ ਵਾ। ਤਾਂ ਆਹ ਸਟੈਂਜ਼ਾ ਜਿਹੜਾ ਦਿੱਤਾ ਹੋਏਗਾ ਤੇ ਇਸ ਦੇ ਵਿੱਚ ਜਿਹੜੇ ਕੁਐਸਚਨ ਨੇ ਉਸਦਾ ਆਂਸਰ ਦੇਣਾ ਪਏਗਾ। ਤਾਂ ਨੇਮ ਆਫ ਦਾ ਪੋਇਟ ਐਂਡ ਦਾ ਪੋਇਟ। ਸੈਕਿੰਡ ਹੈਗਾ, ਵਾਈ ਡਜ਼ ਰਜ਼ੀਆ ਐਂਡ ਟਾਈਗਰਸ ਲਿਵ ਅਲੋਨ। ਵਟ ਇਜ਼ ਦਾ ਸ਼ੇਰੂਜ਼ ਐਕਸਪਰਟੀਜ਼। ਤਾਂ ਹੁਣ 3 ਕੁਐਸਚਨ ਦੇਖ ਲਏ ਤੁਸੀਂ, ਹੁਣ ਇਸਦਾ ਆਂਸਰ ਦੇਖ ਲੈਂਦੇ ਆ। ਤਾਂ ਇਸਦਾ ਆਂਸਰ ਦੇਖੋ ਆ ਵਾ, ਦ ਨੇਮ ਆਫ ਦਾ ਪੋਇਟ ਇਜ਼ ਟਾਈਗਰਸ and the name of the poem is tigers and the name of the poet is Keki N Daruwala। ਤਾਂ ਸੈਕਿੰਡ ਹੈਗਾ, after the birth of 2 cubs Sheru left her, that's why Razia is living alone with her cubs। ਮਤਲਬ ਦੋਨਾਂ ਦੇ ਬੱਚੇ ਹੋਣ ਤੋਂ ਬਾਅਦ ਜਿਹੜਾ ਸ਼ੇਰੂ ਆ ਉਹਨੂੰ ਛੱਡ ਕੇ ਚਲਾ ਜਾਂਦਾ ਵਾ, ਇਸ ਲਈ ਜਿਹੜੀ ਰਜ਼ੀਆ ਹੈਗੀ ਉਹ ਇਕੱਲੀ ਹੀ ਰਹਿੰਦੀ ਆ। ਤਾਂ ਥਰਡ ਦਾ ਆਂਸਰ ਹੈਗਾ, he was an expertise in knowledge of winds and their direction। ਤਾਂ ਜਿਹੜਾ ਟਾਈਗਰ ਸੀਗਾ ਉਹ ਕਿਹਦੇ ਵਿੱਚ ਐਕਸਪਰਟਿਜ਼ ਸੀਗਾ? ਤਾਂ ਜਿਹੜੀ ਹਵਾਵਾਂ ਦੀ ਦਿਸ਼ਾਵਾਂ ਵੱਲ ਜਾਣ ਵੱਲ ਉਹ ਬਹੁਤ ਜ਼ਿਆਦਾ ਐਕਸਪਰਟ ਸੀਗਾ। ਤੇ ਹੁਣ ਨੈਕਸਟ ਦੇਖ ਲੈਂਦੇ ਹਾਂ ਦੋਸਤੋ, ਇਹਦੇ ਵਿੱਚੋਂ ਸਟੈਂਜ਼ਾ ਵੀ ਹੋ ਗਏ। ਹੁਣ ਸੈਕਸ਼ਨ ਸੀ ਆ ਗਿਆ ਵੋਕੈਬੂਲਰੀ ਦਾ। ਤਾਂ ਪਹਿਲਾ ਹੈਗਾ ਵਾ, ਫਿਲ ਇਨ ਦ ਬਲੈਂਕਸ ਵਿਦ ਦ ਕਰੈਕਟ ਵਰਡ। ਹੀ ਵਾਜ਼ ਸੈਟ ਫਰੀ ਔਨ ਡੈਸ਼ ਬੇਲ ਔਰ ਬੇਲ। ਤਾਂ ਇਸਦਾ ਆਂਸਰ ਦੇਖ ਲੈਂਦੇ ਹਾਂ। ਤਾਂ ਇਸਦਾ ਵਿੱਚ ਹੈਗਾ BAIL। ਤਾਂ ਜਿਹੜਾ ਆ ਵਾਲਾ ਵਾ ਇਹ ਸਹੀ ਆ ਇਹਦਾ, BAIL ਵਾਲਾ। ਤੇ ਸੈਕਿੰਡ ਹੈਗਾ ਵਾ, ਯੂਜ਼ ਦ ਗਿਵਨ ਆਈਡੀਅਮ ਇਨ ਅ ਸੈਂਟੈਂਸ। ਕਲੋਜ਼ ਫਿਸਟਡ ਪਰਸਨ। ਤਾਂ ਇਸਦਾ ਆਂਸਰ ਕੀ ਹੈ? ਆ ਦੇਖੋ, ਹੀ ਇਜ਼ ਅ ਕਲੋਜ਼ ਫਿਸਟਡ ਪਰਸਨ ਐਂਡ ਵੋਂਟ ਗਿਵ ਯੂ ਐਨੀ ਮਨੀ। ਉਸ ਤੋਂ ਬਾਅਦ ਆ ਗਿਆ ਸੈਕਸ਼ਨ D, ਗ੍ਰਾਮਰ ਐਂਡ ਕੰਪੋਜੀਸ਼ਨ। ਤਾਂ ਟਰਾਂਸਲੇਟ ਐਨੀ 2 ਆਫ ਦ ਫੋਲੋਇੰਗ ਸੈਂਟੈਂਸ ਇਨਟੂ ਪੰਜਾਬੀ ਔਰ ਹਿੰਦੀ। ਐਂਡ ਇਸ ਦੇ ਵਿੱਚ ਪਹਿਲਾ ਆ ਗਿਆ, ਦਿਸ ਡਜ਼ ਨਾਟ ਬਿਲੋਂਗ ਟੂ ਮੀ। ਤਾਂ ਇਸਦਾ ਆ ਜਾਏਗਾ, ਆ ਦੇਖੋ ਆਂਸਰ ਦੇ ਵਿੱਚ, ਇਹ ਮੇਰੀ ਨਹੀਂ ਹੈ, ਜਾਂ ਹਿੰਦੀ ਵਿੱਚ ਇਹ ਮੇਰੀ ਨਹੀਂ ਹੈ। ਤਾਂ ਸੈਕਿੰਡ ਆ ਗਿਆ, ਮਦਰ ਦ ਹੋਲੀਡੇਜ਼ ਹੈਵ ਕਮ। ਮਤਲਬ ਆ ਦੇਖੋ, ਮਾँ ਛੁੱਟੀਆਂ ਪੈ ਚੁੱਕੀਆਂ ਹਨ, ਜਾਂ ਹਿੰਦੀ ਵਿੱਚ ਮਾँ ਛੁੱਟੀਆਂ ਪੜ ਗਈ हैं। और थर्ड देख लेने आ, स्टार्स ट्विंकल प्लैनेट्स डू नॉट। ਤਾਂ ਇਸ ਆਂਸਰ ਆ ਗਿਆ, ਤਾਰੇ ਟਿਮਟਮਾਉਂਦੇ ਹਨ ਗ੍ਰਹਿ ਨਹੀਂ। ਤਾਂ ਹਿੰਦੀ ਵਿੱਚ ਆ ਜਾਏਗਾ, ਤਾਰੇ ਟਿਮਟਮਾਤੇ हैं ਗ੍ਰਹਿ ਨਹੀਂ। ਤਾਂ ਹੁਣ ਆ ਗਿਆ, ਟਰਾਂਸਲੇਟ ਐਨੀ 2 ਫੋਲੋਇੰਗ ਸੈਂਟੈਂਸਿਸ ਇਨਟੂ ਇੰਗਲਿਸ਼। ਤਾਂ ਇਹ ਤੁਹਾਨੂੰ ਦੋਨੋਂ ਪੰਜਾਬੀ ਔਰ ਹਿੰਦੀ ਦਿੱਤੇ ਗਏ ਹੋਣਗੇ, ਇਹਨੂੰ ਅਸੀਂ ਇੰਗਲਿਸ਼ ਦੇ ਵਿੱਚ ਟਰਾਂਸਲੇਟ ਕਰਨਾ ਹੋਏਗਾ। ਤਾਂ ਪਹਿਲਾਂ ਆ ਗਿਆ, ਅਸੀਂ ਚਾਹ ਨਹੀਂ
ਅਸੀਂ ਚਾਹ ਪੀ ਰਹੇ ਹਾਂ ਤਾਂ ਇਸਦਾ ਆ ਜਾਏਗਾ ਵੀ ਆਰ ਡਰਿੰਕਿੰਗ ਟੀ। ਤਾਂ ਸੈਕਿੰਡ ਆ ਗਿਆ ਜਿਵੇਂ ਆ ਦੇਖੋ ਸ਼ੋਰ ਨਾ ਮਚਾਓ, ਸ਼ੋਰ ਮਤ ਕਰੋ, ਤਾਂ ਇਸਦਾ ਤੁਹਾਨੂੰ ਪਤਾ ਹੀ ਤਾਂ ਹੋਏਗਾ ਡੋਂਟ ਮੇਕ ਅ ਨੋਇਸ, ਡੂ ਨਾਟ ਮੇਕ ਅ ਨੋਇਸ। ਅਤੇ ਉਸ ਤੋਂ ਬਾਅਦ ਆ ਗਿਆ ਤੁਸੀਂ ਕੀ ਚਾਹੁੰਦੇ ਹੋ, ਤਾਂ ਇਸਦਾ ਤਾਂ ਹੋਏਗਾ ਵਟ ਡੂ ਯੂ ਵਾਂਟ, ਵਟ ਡੂ ਯੂ ਵਾਂਟ, ਤਾਂ ਇਸਦਾ ਆਹੀ ਹੈ। ਅਤੇ ਉਸ ਤੋਂ ਬਾਅਦ ਦੇਖ ਲੈਂਦੇ ਹਾਂ, ਅਤੇ ਉਸ ਤੋਂ ਬਾਅਦ ਆ ਗਿਆ ਡੂ ਐਜ਼ ਡਾਇਰੈਕਟ, ਫਿਲ ਇਨ ਦਾ ਬਲੈਂਕਸ ਵਿਦ ਸੁਟੇਬਲ ਮਾਡਲ ਫਰੋਮ ਦਾ ਬਰੈਕਿਟ। ਤਾਂ ਪਹਿਲਾਂ ਆ ਗਿਆ ਇਟ ਡੈਸ਼ ਰੇਨ ਟੂਡੇ, ਇਸਦਾ ਆਨਸਰ ਕਿਆ ਹੈਗਾ ਵਾ ਕੈਨ, ਮੇ ਨਹੀਂ ਹੈਗਾ, ਇਸਦਾ ਆਨਸਰ ਹੈਗਾ ਵਾ ਕੈਨ। ਤਾਂ ਫਸਟ ਦਾ ਆ ਗਿਆ ਇਟ ਕੈਨ ਰੇਨ ਟੂਡੇ। ਤਾਂ ਸੈਕਿੰਡ ਆ ਗਿਆ ਫਿਲ ਇਨ ਦਾ ਬਲੈਂਕਸ ਯੂਜ਼ਿੰਗ ਸੁਟੇਬਲ ਸੈਂਟੈਂਸ ਕਨੈਕਟਰ। ਤਾਂ ਡੈਸ਼ ਡਿਡ ਆਈ ਰੀਚ ਦਾ ਸਟੇਸ਼ਨ ਡੈਸ਼ ਦਾ ਟ੍ਰੇਨ ਲੈਫਟ। ਤਾਂ ਇਸਦਾ ਆਨਸਰ ਦੇਖ ਲੈਂਦੇ ਹਾਂ no sooner than। ਤਾਂ ਆ ਦੇਖੋ no sooner did I reach the station the train left। change the following into indirect speech। Ram said I will write the book। ਤਾਂ ਇਸ ਆਨਸਰ ਆ ਦੇਖੋ Ram said that he would write the book। ਤਾਂ ਹੁਣ ਫੋਰਥ ਦੇਖ ਲੈਂਦੇ ਹਾਂ rewrite the following sentence using past indefinite tense। he rides a bicycle। ਤਾਂ ਇਸਦਾ ਆਨਸਰ ਆ ਜਾਏਗਾ he rode a bicycle। ਤਾਂ ਫਿਫਥ ਆ ਜਾਏਗਾ रीराइट द फॉलोइंग सेंटेंस यूजिंग पास्ट, आधा हो गया। फिफ्थ आ गया पंचुएट द फॉलोइंग सेंटेंस आई वुड रैदर डाई शी सैड देन बेग। तो इसका आ जाएगा देखो आई वुड रैदर डाई शी सैड देन बेग। तो इस इनवर्टेड कॉमर्स देखो किवें लगे हुए ने। तो उस तो बाद आ जाएगा देखो राइट अ पैराग्राफ ऑन एनी वन टॉपिक यूजिंग द फॉलोइंग गिवन हिंट्स। तो इस हिंट्स जिमें दिते गए हैं उस एक पैराग्राफ जोड़ा है लिखना पेगा, इन्होंने लेंथी करके ये जिमें दिता हुआ डिसिपलिन वाला वा एक फास्ट फूड वाला वा, दोनों का दिता गया वा, इन्होंने कोई भी ऑप्शन कर सकते हैं। जिमें आ देखो इन्होंने दोनों दिते हुए डिसिपलिन इज नेसेसरी इन वॉक्स ऑफ लाइफ, एनी हाउस विदाउट डिसिपलिन विल श्योरली गो टू द डॉग्स, द टीचर कांट टीच इफ द स्टूडेंट्स डोंट मेक डिसिपलिन इन द क्लास, द head of a family won't be able to run his family if its members don't maintain discipline, the member of an assembly trust must observe discipline if they are do any good job, no office can function without discipline even in a playground, then the players have to obey the rules of the game, they have to play under discipline, without discipline there is bound to be confusion, disorder or chaos, no work or progress is possible without discipline, it's a discipline which enables a nation to march on the way to progress. It must be kept in mind that the discipline can't be enforced by law alone, it's a training of the mind, it has to come from within. The next आ गया present day fast life has affected our eating habits also. We have taken the fast food that can be cooked fast, eaten fast and are inexpensive, but such foods loses much of its value and taste. Fast foods are generally prepared at wayside eating stalls and cheap restaurants. They are ill cooked, they are oily and spicy, they can cause a number of ailments in our body, but they can give us ulcers and even cancer. Habit of taking fast food is a societal, it is our own interest to give it up. Fast food are junk food and junk should be thrown rather than be eaten। ਤਾਂ ਇਸ ਤੋਂ ਬਾਅਦ ਜਿਹੜਾ ਹੈਗਾ ਵਾ ਆ ਗਿਆ ਜਿਵੇਂ ਆ ਪੈਰਾਗ੍ਰਾਫ ਹੋ ਗਿਆ। ਉਸ ਤੋਂ ਬਾਅਦ 9th ਕੁਐਸਚਨ ਆ ਗਿਆ ਰਾਈਟ ਐਨੀ ਵਨ, ਆਹ ਜਿਹੜੀ ਲੈਟਰ ਆ ਦਾ ਯੂ ਆਰ ਤਨਵੀਰ ਲਿਵਿੰਗ ਐਟ ਆਦਰਸ਼ ਕਲੋਨੀ ਮੋਗਾ, ਰਾਈਟ ਅ ਲੈਟਰ ਆਫ ਕੰਡੋਲੈਂਸ ਟੂ ਯਰ ਫਰੈਂਡ ਅੰਮ੍ਰਿਤ ਔਨ ਦ ਡੈਥ ਆਫ ਹਿਸ ਮਦਰ। ਤਾਂ ਸੈਕਿੰਡ ਆ ਗਿਆ ਵਾ ਰਾਈਟ ਦ ਲੈਟਰ ਟੂ ਅ ਬੁੱਕ ਸੈਲਰ complaining against the wrong supply of books, you are ਜਤਿੰਦਰ ਸਿੰਘ ਐਂਡ ਲਿਵਿੰਗ ਐਟ ਮਾਡਲ ਟਾਊਨ ਨਕੋਦਰ। ਤਾਂ ਦੋਨੋਂ ਐਪਲੀਕੇਸ਼ਨ ਦਿੱਤੀ ਹੋਈ ਆਪਸ਼ਨ ਵਿੱਚ ਕਰ ਸਕਦੇ ਹਾਂ ਜਿਹੜੀ ਮਰਜ਼ੀ। ਤਾਂ ਦੇਖੋ ਦੋਨੋਂ ਲੈਟਰਸ ਇੱਥੇ ਦਿੱਤੀ ਗਈਆਂ ਨੇ, ਤੁਸੀਂ ਦੇਖ ਸਕਦੇ ਹੋ। ਅਤੇ ਉਸ ਤੋਂ ਬਾਅਦ ਕੀ ਹੈ ਅਤੇ ਇਹੀ ਆ। ਤਾਂ ਲਾਸਟ ਕੁਐਸਚਨ ਆ ਗਿਆ ਮਾਰਕਸ ਫॉर ਗੁੱਡ ਹੈਂਡ ਰਾਈਟਿੰਗ। ਤਾਂ 2 ਨੰਬਰ ਜਿਹੜੇ ਹੈਗੇ ਆ ਗੁੱਡ ਹੈਂਡ ਰਾਈਟਿੰਗ ਦੇ ਹੋਣਗੇ। ਅਤੇ ਦੋਸਤੋ ਆਹੀ ਸੀਗਾ, ਆਹੀ ਦੱਸਣਾ ਸੀਗਾ ਤੁਹਾਨੂੰ।
ਤੇ ਬਾਕੀ ਜੇ ਹੋਰ ਕੁਝ ਆਂਦਾ ਵਾ ਤਾਂ ਅਸੀਂ ਤੁਹਾਨੂੰ ਜ਼ਰੂਰ ਦੱਸਾਂਗੇ, ਸ਼ਾਂਤੀ ਗੈਸ ਪੇਪਰ ਜਾਂ ਜੇ ਕੁਝ ਹੋਰ। ਬਾਕੀ ਦੋਸਤੋ ਤੁਸੀਂ ਸਾਡੇ ਟੈਲੀਗ੍ਰਾਮ ਚੈਨਲ ਜੁਆਇਨ ਕਰ ਸਕਦੇ ਹੋ। ਇੰਪੋਰਟੈਂਟ ਕੁਐਸਚਨ ਆਨਸਰ ਜਿਹੜੀ ਵੀਡੀਓਜ਼ ਹੁੰਦੀਆਂ ਨੇ ਅਸੀਂ ਉੱਥੇ ਅਪਲੋਡ ਕਰ ਦਿੰਦੇ ਹੁੰਦੇ ਆ, ਠੀਕ ਹੈ। ਟੈਲੀਗ੍ਰਾਮ ਚੈਨਲ ਤੇ ਜਾ ਕੇ ਤੁਸੀਂ ਟੈਲੀਗ੍ਰਾਮ ਤੇ ਜਾਇਓ ਤੇ ਉੱਥੇ ਜਾ ਕੇ ਸਰਚ ਕਰਿਓ ਮੈਮੋਰੀਅਲ ਜਨਰੇਸ਼ਨ PSB ਤੇ ਆ ਜਾਊਗਾ, ਉਸ ਨੂੰ ਉੱਥੇ ਸਰਚ ਕਰਕੇ ਜੁਆਇਨ ਕਰ ਲਿਓ।